ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ, ਦੋ ਜਹਾਂ ਮਾਲਕ, ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ। ਸਿੱਖ ਧਰਮ ਦੇ ਬਾਨੀ, ਸਿੱਖ ਧਰਮ ਦੇ ਮੋਢੀ, ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਸੂਹੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 729 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰਚਿਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪਹਿਲਾ। ਘਰ ਛੇਵਾਂ। ਸੂਹੀ ਮਹਲਾ ਪਹਿਲਾ, ਘਰ ਛੇਵਾਂ। ਰਾਗ ਸੂਹੀ ਦੇ ਅੰਦਰ ਛੇਵੇਂ ਘਰ ਦੇ ਵਿੱਚ ਪਹਿਲੇ ਗੁਰੂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਿੱਖ ਧਰਮ ਦੇ ਬਾਨੀ, ਸਿੱਖ ਧਰਮ ਦੇ ਮੋਢੀ, ਸੂਹੀ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਛੇਵੇਂ ਘਰ ਦੇ ਵਿੱਚ ਮੇਰੇ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਧੁਰ ਕੀ ਬਾਣੀ, ਇਲਾਹੀ ਦਰਗਾਹੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੇਰੇ ਪਾਤਸ਼ਾਹ ਨੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਬਿਆਨ ਕੀਤੀ ਹੈ ਕਿ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਜਲ ਕਹਿਆ ਚਿਲਕਨ, ਘੋਟਮ ਕਾਲੜੀ ਮਸ। ਉਜਲ ਕਹਿਆ ਚਿਲਕਨਾ, ਘੋਟਮ ਕਾਲੜੀ ਮਸ। ਚਿਲਕਣਾ ਕਹਿੰਦੇ ਨੇ ਲਿਸ਼ਕਵਾਂ। ਘੋਟਮ ਮੈਂ ਘੋਟਿਆ, ਮੈਂ ਕਸਾਇਆ। ਕਾਲੜੀ ਕਾਲੀ ਜਿਹੀ, ਥੋੜ੍ਹੀ ਥੋੜ੍ਹੀ ਕਾਲੀ। ਮਸ ਸਿਆਹੀ। ਮੇਰੇ ਪਾਤਸ਼ਾਹ ਅੱਜ ਦੇ ਪਾਵਨ ਉਪਦੇਸ਼ ਦੀ ਪਹਿਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿ ਮੈਂ ਕਹਿਣ ਦਾ ਸਾਫ਼ ਅਤੇ ਲਿਸ਼ਕਵਾਂ ਭਾਂਡਾ ਘਸਾਇਆ ਤਾਂ ਉਸ ਵਿੱਚੋਂ ਮਾੜੀ ਮਾੜੀ ਕਾਲੀ ਸਿਆਹੀ ਲੱਗ ਗਈ। ਮੈਂ
ਕਹਿੰਦਾ ਸਾਫ਼ ਅਤੇ ਲਿਸ਼ਕਵਾਂ ਭਾਂਡਾ ਘਸਾਇਆ ਤਾਂ ਉਸ ਵਿੱਚੋਂ ਮਾੜੀ ਮਾੜੀ ਕਾਲੀ ਸਿਆਹੀ ਲੱਗ ਗਈ। ਕਾਲੜੀ ਕਹਿੰਦੇ ਨੇ ਸਾਧ ਸੰਗਤ ਜੀ ਕਾਲੀ ਸਿਆਹੀ, ਕਾਲੇ ਰੰਗ ਦੀ। ਚਿਲਕਣਾ ਚਮਕਣ ਵਾਲਾ, ਚਮਕੀਲਾ, ਉਜਲ ਕਹਿਹਾ ਚਿਲਕਣਾ। ਕਹਿੰਦਾ ਸਾਫ਼ ਅਤੇ ਲਿਸ਼ਕਵਾਂ ਭਾਂਡਾ ਜਦੋਂ ਘਸਾਇਆ ਤਾਂ ਉਸ ਦੇ ਵਿੱਚੋਂ ਮਾੜੀ ਮਾੜੀ ਕਾਲੀ ਸਿਆਹੀ ਲੱਗ ਗਈ। ਘੋਟਮ, ਘੋਟਮ ਕਹਿੰਦੇ ਨੇ ਰਗੜਨਾ, ਘਸਾਉਣਾ, ਮਲਣਾ। ਮਸ ਥੋੜੀ ਜਿਹੀ, ਮਸ ਸਿਆਹੀ ਲੱਗ ਗਈ। ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਧੋਤਿਆਂ ਤੋਂ ਭਾਵ 100 ਵਾਰੀ। ਤਿਸ ਉਸ ਕਹਿਣ ਦੇ ਭਾਂਡੇ ਨੂੰ, ਜੇ ਮੈਂ 100 ਵਾਰੀ ਵੀ ਉਸ ਕਹਿਣ ਦੇ ਭਾਂਡੇ ਨੂੰ ਧੋਵਾਂ, ਸਾਫ਼ ਕਰਾਂ ਤਾਂ ਵੀ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਝੂਠ ਕਾਲਖ ਦੂਰ ਨਹੀਂ ਹੁੰਦੀ। ਝੂਠ ਕੀਆ ਆਪਵਿੱਤਰ ਵਸਤ, ਮਨ ਝੂਠੇ ਤਨ ਝੂਠਾ ਹੈ, ਜੇਵਾ ਝੂਠੀ ਹੋਏ। ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਇਸੇ ਤਰ੍ਹਾਂ ਪਾਤਸ਼ਾਹ ਨੇ ਕਹਿਣ ਦੇ ਭਾਂਡੇ ਦੀ ਉਦਾਹਰਨ ਦਿੱਤੀ ਹੈ ਅੱਜ ਦੇ ਪਾਵਨ ਉਪਦੇਸ਼ ਦੇ ਅੰਦਰ। ਦੂਸਰੀ ਪੰਕਤੀ ਦੇ ਅੰਦਰ ਕੀ 100 ਭਾਵ 100 ਵਾਰ। ਧੋਤਿਆਂ ਝੂਠ ਨਾ ਉਤਰੈ, ਜੇ ਮੈਂ 100 ਵਾਰੀ ਵੀ ਉਸ ਕਹਿਣ ਦੇ ਭਾਂਡੇ ਨੂੰ ਧੋਵਾਂ, ਸਾਫ਼ ਕਰਾਂ ਤਾਂ ਵੀ ਬਾਹਰੋਂ ਧੋਣ ਦੇ ਨਾਲ ਉਸ ਦੀ ਅੰਦਰਲੀ ਕਾਲਖ ਝੂਠ ਦੂਰ ਨਹੀਂ ਹੁੰਦੀ। ਇਸੇ ਤਰ੍ਹਾਂ ਸਾਡਾ ਮਨ ਹੈ, ਮਨ ਝੂਠ ਹੈ, ਤਨ ਝੂਠ ਹੈ, ਜੇਵਾ ਝੂਠੀ ਹੋਵੇ, ਜੇਵਾ ਵੀ ਝੂਠੀ। ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਬਾਹਰ ਮਲ ਧੋਵੇ ਤੋਂ ਭਾਵ ਮਲ ਮਲ ਕੇ ਧੋਂਦਾ ਹੈ ਬਾਹਰਲਾ ਸਰੀਰ। ਅੱਜ ਕੱਲ੍ਹ ਸਾਧ ਸੰਗਤ ਜੀ ਬੜੇ ਮਾਰਕੀਟ ਦੇ ਵਿੱਚ ਸਰਫ, ਸ਼ੈਂਪੂ, ਸਾਬਣ ਆਏ ਹੋਏ ਨੇ। ਮਨੁੱਖ ਇਸ਼ਨਾਨ ਕਰਦਾ ਹੈ ਤਾਂ ਮਲ ਮਲ ਕੇ ਧੋਂਦਾ ਹੈ, ਝੱਗ ਬਣਾ ਬਣਾ ਕੇ ਸਰੀਰ ਨੂੰ ਸਾਫ਼ ਕਰਦਾ ਹੈ ਬਾਹਰਲੇ ਪਾਸੋਂ। ਪਰ ਇਹ ਬਾਹਰੋਂ ਧੋਣ ਦੇ ਨਾਲ ਮਨ ਦੀ, ਹਿਰਦੇ ਦੀ ਮੈਲ ਨਹੀਂ ਜਾਂਦੀ। ਜੋ ਸਾਡੇ ਅੰਦਰ ਮੈਲ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਾਮਾਦਿਕ ਵਿਕਾਰਾਂ ਦੀ, ਉਹ ਬਾਹਰਲੇ ਪਾਸਿਓਂ ਸਰੀਰ ਨੂੰ ਧੋਣ ਦੇ ਨਾਲ ਨਹੀਂ ਜਾਵੇਗੀ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਧੋਤਿਆਂ ਝੂਠ ਨਾ ਉਤਰੇ। ਆਮ ਤੌਰ 'ਤੇ ਆਪਾਂ ਲੰਗਰ ਦੇ ਵਿੱਚ, ਬਰਤਨ ਦੇ ਵਿੱਚ ਆਪਾਂ ਲੰਗਰ ਤਿਆਰ ਕਰਦੇ ਹਾਂ, ਸਬਜ਼ਾ ਤਿਆਰ ਕਰਦੇ ਹਾਂ। ਵੱਡੇ ਦੇਗੇ ਹੁੰਦੇ ਨੇ ਸਾਧ ਸੰਗਤ ਜੀ, ਆਪਾਂ ਐਗਜ਼ਾਮਪਲ ਲੈਂਦੇ, ਉਦਾਹਰਨ ਲੈਂਦੇ ਹਾਂ। ਵੱਡਾ ਦੇਗ ਹੁੰਦਾ, ਉਸ ਦੇ ਵਿੱਚ ਸਬਜ਼ਾ, ਦਾਲ, ਪ੍ਰਸ਼ਾਦਾ ਤਿਆਰ ਹੁੰਦਾ ਹੈ। ਹੁਣ ਜੋ ਲੰਗਰ ਦੇ ਵਿੱਚ ਸੇਵਾਦਾਰ ਨੇ ਉਹ ਆਖਣ ਵੀ ਬਾਹਰਲੇ ਪਾਸੋਂ ਆਪਾਂ ਅੱਗ ਮਚਾਈ ਸੀ, ਬਾਹਰੋਂ ਕਾਲਖ ਹੈ, ਜਿਹੜੀ ਦੇਗ ਆ ਉਹ ਕਾਲੀ ਹੋਈ ਹੋਈ ਹੈ, ਅਤੇ ਬਾਹਰੋਂ ਉਹ ਮਲ ਮਲ ਕੇ ਉਹਨੂੰ ਪਾਣੀ ਪਾ ਕੇ ਧੋਣ, ਰੇਤਾ ਮਾਰਨ, ਮਾਂਜਣ, ਅਤੇ ਕਹਿਣ ਵੀ ਬਾਹਰਲੇ ਪਾਸੋਂ ਧੋਤਿਆਂ ਅੰਦਰੋਂ ਸਾਫ਼ ਹੋ ਜਾਏਗੀ। ਇਸ ਤਰ੍ਹਾਂ ਨਹੀਂ ਹੋ ਸਕਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਧੋਤਿਆਂ ਝੂਠ ਨਾ ਉਤਰੇ। ਇੱਕ ਸਾਈਡ ਤੋਂ ਬਾਹਰਲੇ ਪਾਸੋਂ ਧੋਤਿਆਂ ਉਸ ਦੇ ਅੰਦਰਲੀ ਝੂਠ ਨਹੀਂ ਉਤਰਦੀ। ਇਸੇ ਤਰ੍ਹਾਂ ਤਨ ਨੂੰ ਸਾਫ਼ ਕੀਤਿਆਂ ਮਨ ਦੀ ਝੂਠ ਨਹੀਂ ਉਤਰਦੀ। ਜੇ 100 ਧੋਵਾਂ ਤੇ ਉਹ 100 ਵਾਰ ਭਲਾ ਧੋ ਲਓ, ਉਸ ਦੇ ਅੰਦਰਲੀ ਕਾਲਖ ਧੋਤਿਆਂ ਨਹੀਂ ਜਾਣੀ। ਧੋਤਿਆਂ ਨਹੀਂ ਜਾਣੀ ਤੇ ਫਿਰ ਮੇਰੇ ਪਾਤਸ਼ਾਹ ਨੂੰ ਪੁੱਛੀਏ ਵੀ ਫਿਰ ਕਿਸ ਤਰ੍ਹਾਂ ਜਾਵੇਗੀ। ਜੇ ਧੋਤਿਆਂ ਨਹੀਂ ਜਾਣੀ ਤਾਂ ਕਿਸ ਤਰ੍ਹਾਂ ਜਾਵੇਗੀ ਸਾਧ ਸੰਗਤ ਜੀ? ਜਦੋਂ ਆਪਾਂ ਉਸ ਨੂੰ ਅੰਦਰਲੇ ਪਾਸੋਂ ਸਾਫ਼ ਕਰਾਂਗੇ ਤਾਂ ਫਿਰ ਉਹ ਭਾਂਡਾ ਜਿਹੜਾ ਉਹ ਸਾਫ਼ ਹੋ ਜਾਵੇਗਾ। ਉਸੇ ਤਰ੍ਹਾਂ ਹੀ ਮਨ ਨੂੰ ਜਦੋਂ ਆਪਾਂ ਅੰਦਰਲੇ ਪਾਸੋਂ ਸੋਧਾਂਗੇ, ਕਿਸ ਦੇ ਨਾਲ ਸੋਧਣਾ ਹੈ? ਨਾਮ ਦੇ ਨਾਲ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ, ਸਿਫਤ ਸਲਾਹ ਅਤੇ ਸੇਵਾ ਸਿਮਰਨ ਦੇ ਨਾਲ ਜਦੋਂ ਆਪਾਂ ਮਨ ਨੂੰ ਮਾਂਜਾਂਗੇ ਨਾ, ਸੇਵਾ ਕਰਾਂਗੇ ਤਾਂ ਜਿਹੜਾ ਮਨ ਆ ਉਹ ਮਾਂਜਿਆ ਜਾਵੇਗਾ। ਜਦੋਂ ਨਿਤਨੇਮ ਕਰਾਂਗੇ ਤਾਂ ਮਨ ਮਾਂਜਿਆ ਜਾਵੇਗਾ। ਫਿਰ ਮਨ ਦੀ ਅੰਦਰਲੀ ਕਾਲਖ ਉਹ ਦੂਰ ਹੋ ਜਾਏਗੀ। ਇਸੇ ਤਰ੍ਹਾਂ ਜਦੋਂ ਆਪਾਂ ਭਾਂਡੇ ਨੂੰ ਅੰਦਰਲੇ ਪਾਸੋਂ ਧੋਵਾਂਗੇ ਤਾਂ ਉਸ ਦੀ ਝੂਠ ਆ ਜਿਹੜੀ ਉਤਰ ਜਾਏਗੀ। ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸਈ ਕਹਿੰਦੇ ਨੇ ਉਹ, ਮੈਂ ਨਾਲ ਚਲਨ ਮੇਰੇ ਨਾਲ ਸਾਥ ਕਰਦੇ ਹਨ। ਮੇਰੇ ਅਸਲ ਮਿੱਤਰ ਉਹੀ ਹਨ
ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਤੁਰਨ ਵੇਲੇ ਵੀ ਮੇਰੇ ਨਾਲ ਚੱਲਣ। ਇਥੋਂ ਤੁਰਨ ਵੇਲੇ ਵੀ ਮੇਰੇ ਨਾਲ ਚੱਲਣ। ਅਸਲ ਸੱਜਣ ਉਹ ਨੇ ਸਾਧ ਸੰਗਤ ਜੀ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਾਤ ਲੋਕ ਦੇ ਵਿੱਚ ਆਪਾਂ ਜਦੋਂ ਵਿਚਰਦੇ ਹਾਂ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਸਾਡਾ ਬਹੁਤ ਲੋਕਾਂ ਦੇ ਨਾਲ ਪਿਆਰ ਬਣਦਾ ਹੈ। ਸੱਜਣਤਾ ਹੀ ਪੈ ਜਾਂਦੀ ਆ ਅਣਗਿਣਤ ਲੋਕਾਂ ਦੇ ਨਾਲ। ਇਹ ਮਨੁੱਖ ਦਾ ਮਨੁੱਖਾ ਵਿਵਹਾਰ ਹੈ ਵੀ ਉਹ 100 ਦੇ ਵਿੱਚੋਂ ਜੇ 100 ਲੋਕਾਂ ਨੂੰ ਮਿਲਦਾ ਤਾਂ 10-15 ਦੇ ਨਾਲ ਉਹਦੀ ਜਾਣ ਪਹਿਚਾਣ ਹੋ ਜਾਂਦੀ ਹੈ। ਇਹ ਮਨੁੱਖਾ ਵਿਹਾਰ ਹੈ, ਸਿਸਟਮ ਹੈ, ਕੁਦਰਤ ਦੀ ਕਾਦਰ ਦੀ ਕੁਦਰਤ ਹੈ। ਪਰ ਪਾਤਸ਼ਾਹ ਕਹਿੰਦੇ ਨੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਾਣ। ਅਸਲ ਦੇ ਵਿੱਚ ਉਹ ਦੁਨਿਆਵੀ ਤੌਰ 'ਤੇ ਚਾਹੇ ਸਾਡੇ ਰਿਸ਼ਤੇਦਾਰ ਨੇ, ਦੋਸਤ ਨੇ, ਮਿੱਤਰ ਨੇ, ਜਾਣ ਪਹਿਚਾਣ ਵਾਲੇ ਨੇ, ਪਰਿਵਾਰਕ ਮੈਂਬਰ ਨੇ, ਉਹ ਅਸਲ ਸੱਜਣ ਨਹੀਂ ਹਨ। ਉਹ ਦੁਨੀਆ ਦੇ ਉੱਤੇ ਮਾਤ ਲੋਕ ਦੇ ਉੱਪਰ ਹੀ ਸੱਜਣ ਨੇ। ਅਸਲ ਸੱਜਣ ਕਿਹੜੇ ਨੇ? ਮੈਂ ਚੱਲਦਿਆਂ ਨਾਲ ਚਲਨ, ਚੱਲਦਿਆਂ ਨਾਲ ਸਹੀ ਉਹੀ ਮੈਂ ਨਾਲ ਚਲਨ, ਮੇਰਾ ਸਾਥ ਕਰਨ। ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਤੁਰਨ ਵੇਲੇ ਵੀ ਮੇਰੇ ਨਾਲ ਚੱਲਣ। ਇਥੋਂ ਤੋਂ ਭਾਵ ਮਾਤ ਲੋਕ ਤੋਂ, ਸੰਸਾਰ ਦੇ ਉੱਪਰੋਂ ਜਦੋਂ ਸਵਾਸਾਂ ਰੂਪੀ ਪੂੰਜੀ ਜਦੋਂ ਸਾਡੀ ਖਤਮ ਹੋ ਜਾਂਦੀ ਹੈ, ਦਰਗਾਹੀ ਫਰਮਾਨ ਆ ਜਾਂਦਾ ਵੀ ਚੱਲ ਸੱਜਣਾ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਸਵਾਸ ਦਿੱਤੇ ਸੀ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦਾ ਦਰਗਾਹੀ ਫਰਮਾਨ ਆ ਜਾਂਦਾ ਨਾ ਸਾਧ ਸੰਗਤ ਜੀ, ਫਿਰ ਜਿਹੜੇ ਨਾਲ ਚੱਲਦੇ ਨੇ ਨਾ ਉਹ ਅਸਲ ਸੱਜਣ ਨੇ। ਦੁਨਿਆਵੀ ਜਿਹੜੇ ਸੱਜਣ ਮਿੱਤਰ ਨੇ ਉਹਨਾਂ ਨੇ ਨਾਲ ਨਹੀਂ ਜਾਣਾ। ਫਿਰ ਤਾਂ ਕਾਢੋ ਕਾਢੋ ਹੋਈ, ਫਿਰ ਸਾਰਿਆਂ ਨੇ ਕਹਿਣਾ ਵੀ ਭਾਈ ਲੈ ਚੱਲੋ, ਹੁਣ ਕਵੇਲਾ ਹੋਣ ਡਿਆ, ਕਵੇਲਾ ਹੋ ਰਿਹਾ ਹੈ, ਸ਼ਾਮਾਂ ਪੈ ਰਹੀਆਂ ਨੇ, ਲੈ ਚੱਲੋ ਇਹਨੂੰ ਆਪਾਂ ਸਾੜਨਾ ਹੈ, ਫੂਕਣਾ ਹੈ, ਸੰਸਕਾਰ ਕਰਨਾ ਇਸ ਦਾ। ਉਹ ਅਸਲ ਮਿੱਤਰ ਨਹੀਂ ਨੇ। ਘਰ ਕੀ ਨਾਰ ਬਹੁਤ ਹਿਤ ਜਾ ਕੋ, ਤਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਫਿਰ ਤਾਂ ਸਾਧ ਸੰਗਤ ਜੀ ਵਹੁਟੀ ਨੇ ਵੀ ਪ੍ਰੇਤ ਪ੍ਰੇਤ ਕਹਿ ਕੇ ਭੱਜ ਜਾਣਾ, ਜਿਹੜੀ ਹਮੇਸ਼ਾ ਨਾਲ ਰਹਿੰਦੀ ਹੈ, ਜਿਹਨੂੰ ਬਹੁਤ ਪਿਆਰ ਆਉਂਦਾ ਸਾਡੇ ਉੱਪਰ। ਜਦੋਂ ਸਵਾਸਾਂ ਰੂਪੀ ਭਾਂਡਾ ਫੁੱਟ ਗਿਆ, ਦਿੱਤੀ ਹੋਈ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਵਾਸਾ ਰੂਪੀ ਪੂੰਜੀ ਖੁੱਸ ਗਈ, ਉਦੋਂ ਕੋਈ ਸੱਜਣ ਨਹੀਂ ਰਹਿ ਜਾਂਦਾ। ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਉਹੀ ਮਿੱਤਰ ਨੇ ਜੋ ਸਦਾ ਨਾਲ ਰਹਿਣ ਤੇ ਇਥੋਂ ਤੁਰਨ ਵੇਲੇ ਵੀ ਨਾਲ ਚੱਲਣ। ਉਹ ਮਿੱਤਰ ਕਿਹੜੇ ਨੇ? ਉਹ ਮਿੱਤਰ ਆ ਨਿਤਨੇਮ, ਭਜਨ ਬੰਦਗੀ ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ, ਸੇਵਾ ਸਿਮਰਨ, ਜਿਹੜਾ ਉਹ ਆ ਅਸਲ ਮਿੱਤਰ। ਹੋਰ ਦੁਨਿਆਵੀ ਤੌਰ 'ਤੇ ਕੋਈ ਮਿੱਤਰ ਨਹੀਂ। ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ। ਰਹਾਉ ਤੋਂ ਭਾਵ ਠਹਿਰਾਓ। ਇੱਥੇ ਪਾਤਸ਼ਾਹ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤੋਂ ਭਾਵ ਜਿਸ ਜਗ੍ਹਾ 'ਤੇ, ਜਿਸ ਸਥਾਨ 'ਤੇ ਲੇਖਾ ਮੰਗੀਏ, ਮੰਗਿਆ ਜਾਂਦਾ ਹੈ, ਲੇਖਾ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ, ਤਿੱਥੇ ਖੜੇ ਦਿਸਨ, ਖੜੇ ਖਲੋਤੇ ਆ ਚੱਕ ਹੋ ਕੇ ਦਿਸਨ, ਦਿਸਦੇ ਨੇ, ਦੱਸਦੇ ਨੇ, ਲੇਖਾ ਸਮਝਾਉਂਦੇ ਨੇ। ਅਗਾਂਹ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ, ਜਿੱਥੇ ਬਹਿ ਸਮਝਾਈ ਹੈ ਤਿੱਥੇ ਕੋਈ ਨਾ ਚੱਲਿਓ ਨਾਲ। ਫਿਰ ਉੱਥੇ ਕੌਣ ਨਾਲ ਜਾਂਦਾ ਹੈ ਸਾਧ ਸੰਗਤ ਜੀ? ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਏ, ਉੱਥੇ ਆ ਝੱਕ ਹੋ ਕੇ ਹਿਸਾਬ ਦੇਣ ਸਕਣ, ਭਾਵ ਹਿਸਾਬ ਦੇਣ ਦੇ ਵਿੱਚ ਕਾਮਯਾਬ ਹੋ ਸਕਣ। ਇੱਥੇ ਪਾਤਸ਼ਾਹ ਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ।
ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ, ਉੱਥੇ ਹੁਣ ਕੌਣ ਦਵੇਗਾ ਹਿਸਾਬ ਦੇ ਕੇ? ਜਿੱਥੇ ਬਹਿ ਸਮਝਾਈ ਹੈ ਤਿੱਥੇ ਕੋਈ ਨਾ ਚੱਲੇ ਉਹ ਨਾਲ। ਫਿਰ ਉੱਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਵਾਹ, ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਭਾਵ ਹਰ ਥਾਂ ਤੇ ਮੈਨੂੰ ਛਡਾ ਲੈਂਦਾ ਹੈ। ਕੌਣ? ਸੋ ਸਤਿਗੁਰ ਪਿਆਰਾ, ਉਹ ਪਿਆਰਾ ਸਤਿਗੁਰੂ ਮੇਰੇ ਨਾਲ ਹੈ। ਹੁਣ ਸਾਧ ਸੰਗਤ ਜੀ, ਪਿਆਰਾ ਸਤਿਗੁਰੂ ਤਾਂ ਹੀ ਨਾਲ ਹੋਵੇਗਾ ਨਾ ਜੇ ਅਸੀਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕਰਾਂਗੇ, ਸਿਫਤ ਸਲਾਹ ਕਰਾਂਗੇ, ਫਿਰ ਹੀ ਉਹ ਨਾਲ ਹੋਵੇਗਾ ਸਾਧ ਸੰਗਤ ਜੀ। ਫਿਰ ਹੀ ਲੇਖਾ ਹਿਸਾਬ ਕਿਤਾਬ ਗਿਣਤੀ ਮਿਣਤੀ ਜਿਹੜੀ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਦੇਵੇਗਾ। ਜਾਂ ਬਹ ਹੈ ਗੁਰਮੁਖ ਹਰ ਨਾਮ ਬੋਲੇ, ਜਾਂ ਖੜਾ ਗੁਰਮੁਖ ਹਰ ਹਰ ਕਹਿਆ। ਸਾਸਤ ਬੇਦ ਬਕੇ ਖੜੋ ਭਾਈ, ਕਰਮ ਕਰੋ ਸੰਸਾਰੀ। ਨਰਪਤ ਰਾਜੇ ਰੰਗ ਰਸ ਮਾਣੈ, ਬਿਨ ਨਾਵੇ ਪਕੜ ਖੜੇ ਸਭ ਕਲਗਾ। ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕੋਈ ਵੀ ਸਾਧ ਸੰਗਤ ਜੀ ਅਚੱਕ ਹੋ ਕੇ ਕੀਤੇ ਕਰਮਾਂ ਦਾ ਹਿਸਾਬ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜੇ ਹੋ ਸਕਦਾ ਹੈ ਤਾਂ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਨ ਤਾਂ ਫਿਰ ਧਰਮ ਰਾਏ ਦਰ ਕਾਗਦ ਪਾੜੇ, ਜਨ ਨਾਨਕ ਲੇਖਾ ਸਮਝਾ। ਫਿਰ ਉਹ ਹਿਸਾਬ ਕਿਤਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ। ਵਹੀ ਲੇਖਾ ਜਿਹੜਾ ਨਾ ਉਹ ਧਰਮ ਰਾਜ ਹੀ ਪਾੜ ਦਿੰਦਾ ਜਦੋਂ ਪਾਤਸ਼ਾਹ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋ ਜਾਂਦੀ ਹੈ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ। ਮੰਡਪ ਕਹਿੰਦੇ ਨੇ ਮੰਦਰ ਨੂੰ, ਪਾਸਿਆਂ ਤੋਂ ਚੁਫੇਰਿਆਂ ਤੋਂ ਚਿਤਵੀਆਂ ਚਿੱਤਰੀਆਂ ਹੋਈਆਂ। ਜਿਹੜੇ ਘਰ ਮੰਦਰ ਚੌਹਾਂ ਪਾਸਿਆਂ ਤੋਂ ਚਿੱਤਰੇ ਹੋਏ ਹੋਣ, ਭਾਵ ਘਰ ਮੰਦਰ ਚਾਰੇ ਪਾਸਿਆਂ ਤੋਂ ਸੋਹਣੇ ਚਿੱਤਰ ਬਣਾਏ ਹੋਣ, ਉਹਨਾਂ ਤੇ ਡਿਜ਼ਾਈਨ ਕੀਤੇ ਹੋਣ। ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਢੱਠੀਆਂ ਤੋਂ ਭਾਵ ਸਾਧ ਸੰਗਤ ਜੀ ਢੱਠੀਆਂ ਹੋਈਆਂ, ਖਾਲੀ। ਕੰਮ ਨਾ ਆਵਣੀ, ਕੰਮ ਦੇ ਵਿੱਚ ਆਵਣੀ ਆਉਂਦੀਆਂ ਪਰ ਅੰਦਰੋਂ ਖਾਲੀ ਹੋਣ, ਉਹ ਢਹਿ ਜਾਂਦੇ ਹਨ ਤੇ ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਹੁਣ ਕੋਈ ਕਿਲ੍ਹਾ ਹੈ ਸਾਧ ਸੰਗਤ ਜੀ, ਕੋਈ ਬਿਲਡਿੰਗ ਹੈ, ਉਹਦੀਆਂ ਬਾਹਰ ਹੀ ਜਿਹੜੀਆਂ ਕੰਧਾਂ ਨੇ ਉਹਨਾਂ 'ਤੇ ਮੀਨਾਕਾਰੀ ਕੀਤੀ ਹੋਵੇ, ਡਿਜ਼ਾਈਨ ਕੀਤੇ ਹੋਣ ਸੋਹਣੇ ਸੋਹਣੇ, ਪਰ ਅੰਦਰ ਮਟੀਰੀਅਲ ਮਾੜਾ ਲੱਗਾ ਹੋਵੇ ਜਾਂ ਅੰਦਰੋਂ ਖਾਲੀ ਹੋਣ ਤਾਂ ਉਹ ਸਮਾਂ ਪਾ ਕੇ ਡਿੱਗ ਜਾਂਦੀਆਂ ਨੇ, ਢਹਿ ਜਾਂਦੀਆਂ ਨੇ। ਬਾਹਰੋਂ ਵੇਖਣ ਨੂੰ ਉਹ ਸੁਹੱਪਣ ਉਹਨਾਂ ਦਾ ਦਿਸਦਾ ਹੈ, ਸੁੰਦਰ ਦਿਸਦੀਆਂ ਨੇ, ਪਰ ਅੰਦਰੋਂ ਖਾਲੀ ਹੁੰਦੀਆਂ ਨੇ, ਢਹਿ ਜਾਂਦੀਆਂ ਨੇ ਤੇ ਢੱਠੀਆਂ ਹੋਈਆਂ ਕਿਸੇ ਕੰਮ ਨਹੀਂ ਆਉਂਦੀਆਂ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਬੱਗਾ ਕੱਪੜੇ ਬਗਲਿਆਂ ਦੇ ਖੰਭ, ਬੱਗੇ ਚਿੱਟੇ ਮੰਝ ਵਿੱਚ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ। ਉਹ ਵਸਦੇ ਵੀ ਤੀਰਥਾਂ ਦੇ ਉੱਤੇ ਹੀ ਹਨ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਮੰਝ ਕਹਿੰਦੇ ਨੇ ਵਿੱਚ, ਬੱਗਾ ਬੱਗੇ ਕੱਪੜੇ ਚਿੱਟਾ। ਹੰਸ ਸੇ ਹੰਸਾ ਬੱਗ ਸੇ ਬੱਗਾ, ਘੱਟ ਘੱਟ ਕਰੇ ਵਿਚਾਰ। ਹੁਣ ਜਿਹੜੇ ਹੰਸ ਨੇ ਸਾਧ ਸੰਗਤ ਜੀ ਉਹ ਵੀ ਚਿੱਟੇ ਹੁੰਦੇ ਨੇ ਤੇ ਬਗਲੇ ਆ ਜਿਹੜੇ ਉਹਨਾਂ ਦੇ ਖੰਭ ਵੀ ਚਿੱਟੇ ਹੁੰਦੇ ਨੇ। ਤੇ ਹੰਸ ਵੀ ਤੀਰਥਾਂ ਤੇ ਠਹਿਰਾਓ ਕਰਦੇ ਨੇ, ਰਹਿੰਦੇ ਨੇ, ਤੇ ਹੁਣ ਬਗਲੇ ਵੀ ਤੀਰਥਾਂ ਤੇ ਹੀ ਵਸਦੇ ਨੇ। ਪਰ ਦੋਵਾਂ ਦੀ ਬਿਰਤੀ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਦੋਵਾਂ ਦੀ ਬਿਰਤੀ ਦੇ ਵਿੱਚ, ਦੋਵਾਂ ਦੀ ਸੋਚਣੀ ਦੇ ਵਿੱਚ, ਖਾਣ ਪੀਣ ਦੇ ਵਿੱਚ ਬਹੁਤ ਫਰਕ ਹੈ। ਹੰਸਾਂ ਨੇ ਹੀਰਾ ਮੋਤੀ ਚੁਗ ਚੁਗ ਕੇ ਖਾਣਾ ਹੁੰਦਾ ਤੇ ਬੱਗਾਂ ਨੇ ਕੀ ਖਾਣਾ ਹੁੰਦਾ ਹੈ? ਘੁੱਟ ਘੁੱਟ ਜੀਆ ਖਾਵਣੇ, ਬੱਗੇ ਨਾ ਕਹੀ ਅੰਨ। ਘੁੱਟ ਘੁੱਟ ਜੀਆ ਖਾਵਣੇ, ਬੱਗੇ ਨਾ ਕਹੀ ਅੰਨ। ਘੁੱਟ ਘੁੱਟ ਕੇ ਭਾਵ ਗਲੋਂ ਘੁੱਟ ਘੁੱਟ ਕੇ। ਖਾਵਣਵੇਂ ਖਾਣ ਵਾਲੇ, ਕਹੀਨ ਕਹੇ ਜਾਂਦੇ ਨੇ, ਪਰ ਜੀਆਂ ਨੂੰ ਗਲੋਂ ਘੁੱਟ ਘੁੱਟ ਕੇ ਖਾ ਜਾਣ ਵਾਲੇ
ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ। ਜੀਆਂ ਨੂੰ ਘੁੱਟ-ਘੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ, ਸਰੀਰ ਮੈਂ ਮੇਰਾ ਸਰੀਰ। ਮੈਜਨ ਤੋਤੇ ਭੁਲਨ ਭੁਲੇਖਾ ਖਾ ਜਾਂਦੇ ਨੇ। ਜਿਵੇਂ ਸਿੰਬਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ। ਸਿੰਬਲ ਦੇ ਫਲ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਨੇ। ਸਿੰਬਲ ਦੇ ਫਲ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਨੇ। ਜਿਵੇਂ ਸਿੰਬਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ। ਸੇ ਫਲ ਕੰਮ ਨ ਆਵਣੀ, ਤੇ ਗੁਣ ਮੈਂ ਤਨ ਹਨ। ਸੇ ਫਲ ਕੰਮ ਨ ਆਵਣੀ, ਤੇ ਗੁਣ ਮੈਂ ਤਨ ਹਨ। ਗੁਣ ਉਹੀ ਗੁਣ, ਉਹ ਜਿਹੇ ਗੁਣ ਮੈਂ ਤਨ ਮੇਰੇ ਸਰੀਰ ਦੇ ਵਿੱਚ ਹਨ। ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ, ਉਹ ਜਿਹੇ ਗੁਣ ਮੇਰੇ ਸਰੀਰ ਦੇ ਵਿੱਚ ਹਨ। ਸਿੰਬਲ ਦੇ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਤੇ ਉਹ ਜਿਹੇ ਗੁਣ ਮੇਰੇ ਸਰੀਰ ਦੇ ਵਿੱਚ ਹਨ। ਅੰਦਲੇ ਭਾਰ ਉਠਾਇਆ, ਡੂਗਰ ਵਾਟ ਬਹੁਤ। ਅੰਦਲੇ ਤੋਂ ਭਾਵ ਅੰਨੇ ਮਨੁੱਖ ਨੇ। ਡੂਗਰ ਵਾਟ, ਡੂਗਰ ਦਾ ਰਸਤਾ, ਪਹਾੜੀ ਰਸਤਾ। ਮੈਂ ਅੰਨੇ ਨੇ ਸਿਰ ਦੇ ਉੱਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਏ। ਅਗਾਂਹ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ। ਅੱਖੀ ਲੋੜੀ ਨਾ ਲਾਹਾਂ, ਹਉ ਚੜ ਲੰਘਾਂ ਕਿਤ। ਅੱਖੀ ਲੋੜੀ ਨਾ ਲਹਾਂ, ਹਉ ਚੜ ਲੰਘਾ ਕਿਤ। ਅੱਖੀ ਤੋਂ ਭਾਵ ਅੱਖਾਂ ਦੇ ਨਾਲ ਲੋੜੀ ਭਾਲਦਾ ਹਾਂ, ਨਾ ਲਹਾਂ ਮੈਂ ਲੱਭ ਨਹੀਂ ਸਕਦਾ। ਕਿਤ ਕਿਸ ਤਰੀਕੇ ਦੇ ਨਾਲ, ਅੱਖਾਂ ਦੇ ਨਾਲ ਭਾਲਿਆ ਮੈਂ ਰਾਹ ਖਹਿੜਾ ਲੱਭ ਨਹੀਂ ਸਕਦਾ, ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ। ਕਿਸ ਤਰੀਕੇ ਦੇ ਨਾਲ ਪਹਾੜੀ ਚੜ੍ਹ ਕੇ ਮੈਂ ਪਾਰ ਲੰਘਾਂ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਚਾਕਰੀਆਂ ਕਹਿੰਦੇ ਨੇ ਲੋਕਾਂ ਦੀਆਂ ਖੁਸ਼ਾਮਦਾਂ, ਚੰਗਿਆਈਆਂ ਬਾਹਰਲੇ ਵਿਖਾਵੇ। ਕਿਤ ਕਿਸ ਕੰਮ ਹੈ ਨਾਨਕ, ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ। ਦੁਨੀਆ ਦੇ ਲੋਕਾਂ ਦੀਆਂ ਖੁਸ਼ਾਮਦਾਂ, ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੈ ਜਿਤ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟੇ ਜਿੱਤ। ਜਿਸ ਤਰੀਕੇ ਦੇ ਨਾਲ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਤੂੰ ਇਸ ਨਾਮ ਸਿਮਰਨ ਦੇ ਰਾਹੀਂ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਅਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਕਿ ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।